ਮੇਰੇ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਆਓ ਲੜੀਵਾਰ ਵਿਚਾਰ ਦੇ ਤਹਿਤ ਸੁਖਮਨੀ ਸਾਹਿਬ ਜੀ ਦੇ 6ਵੇਂ ਸ਼ਲੋਕ ਅਤੇ 7ਵੇਂ ਪਦੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਜਿਹਦੇ ਵਿੱਚ ਸਤਿਗੁਰੂ ਜੀ ਨੇ ਇੱਕ ਸਿੱਖ ਨੂੰ ਪ੍ਰੇਰਨਾ ਕੀਤੀ ਹੈ। ਸਿੱਖਾ, ਜੇ ਤੂੰ ਪਰਮਾਤਮਾ ਦੀ ਸ਼ਰਨ ਭਾਵ ਗੁਰੂ ਦੇ ਗਿਆਨ ਨੂੰ ਸਮਝ ਕੇ ਜਿਹੜੇ ਪਰਮਾਤਮਾ ਦੇ ਗੁਣ ਤੈਨੂੰ ਦੱਸੇ ਹਨ, ਉਹਨਾਂ ਗੁਣਾਂ ਨਾਲ ਜੀਵਨ ਜਿਉਵੇਂ ਤੇ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ, ਅਹੰਗ ਰੋਗ ਜਿਹੜੇ ਸਾਨੂੰ ਲੱਗੇ ਹੋਏ ਨੇ ਉਹ ਖਤਮ ਹੋ ਸਕਦੇ ਨੇ। ਔਰ ਜਦੋਂ ਤੂੰ ਉਹਨਾਂ ਗੁਣਾਂ ਨਾਲ ਜੀਵਨ ਜਿਉਏਂਗਾ ਤੇ ਇਹ ਅਹੰਗ ਰੋਗ ਤੇਰੇ ਵਿੱਚੋਂ ਖਤਮ ਹੋਣਗੇ ਤੇ ਤੈਨੂੰ ਇਹ ਬਖਸ਼ਿਸ਼ਾਂ ਪ੍ਰਾਪਤ ਹੋ ਸਕਦੀਆਂ ਨੇ। ਤੇਰਾ ਮਨ, ਕਿਉਂਕਿ ਸੈਂਟਰਲ ਆਈਡੀਆ ਤਾਂ ਇੱਕੋ ਹੈ ਨਾ, ਮਨ ਵਿਸਰਾਮ, ਮਨ ਦਾ ਟਿਕਾਵ, ਮਨ ਦੇ ਅੰਦਰ ਖੇੜਾ ਆ ਜਾਣਾ, ਮਨ ਦਾ ਗਿਆਨ ਦੇ ਵਿੱਚ ਟਿਕ ਜਾਣਾ। ਸੋ ਅੱਜ 7ਵੇਂ ਪਦੇ ਵਿੱਚ ਸਤਿਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਨੇ, ਜੈ ਪ੍ਰਸਾਦੁ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ। ਉਸ ਪਰਮਾਤਮਾ ਨੂੰ ਆਪਣਾ ਮੂਲ ਸਮਝ। ਹੁਣ ਪਰਮਾਤਮਾ ਕੀ ਹੈ? ਗੁਣ ਹਨ, ਇੱਕ ਨਿਯਮ ਹੈ, ਔਰ ਉਹ ਨਿਯਮ ਸਾਡੇ ਲਈ ਮੂਲ ਨੇ। ਮੂਲ ਦਾ ਮਤਲਬ ਹੁੰਦਾ ਸਾਡੀ ਆਪਣੀ ਸੰਪਤੀ। ਕਹਿੰਦੇ ਜਿਸ ਪਰਮਾਤਮਾ ਦੇ ਗੁਣਾਂ ਦੀ ਬਖਸ਼ਿਸ਼ ਨਾਲ ਪ੍ਰਗਟ ਸੰਸਾਰ, ਤੋਂ ਇਸ ਸੰਸਾਰ ਦੇ ਵਿੱਚ ਉਜਾਗਰ ਹੋਣਾ, ਜਿੱਥੇ ਨਾ ਹੋਣਾ, ਔਰ ਸਾਨੂੰ ਕਿਤੇ ਭੱਜਣ ਦੀ ਲੋੜ ਨਹੀਂ। 35 ਮਹਾਂਪੁਰਖ ਸਾਡੇ ਲਈ ਐਗਜ਼ੈਂਪਲ ਨੇ। ਉਹ 35 ਮਹਾਂਪੁਰਖਾਂ ਨੇ ਉਸ ਪਰਮਾਤਮਾ ਦੇ ਸਿਮਰਨ ਨੂੰ ਧਿਆਨ ਵਿੱਚ ਲਿਆਉਂਦਾ, ਚੇਤਨਾ ਸ਼ਕਤੀ ਵਿੱਚ ਲਿਆਂਦਾ, ਗੁਣਾਂ ਦੇ ਨਾਲ ਜੀਵਨ ਜਿਉਏ ਤੇ ਅੱਜ ਦੁਨੀਆ ਉਹਨਾਂ ਨੂੰ ਮੱਥਾ ਟੇਕ ਰਹੀ, ਉਹਨਾਂ ਦੇ ਗਿਆਨ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੈ। ਔਰ ਉਸੇ ਗਿਆਨ ਨੂੰ ਸਮਝ ਕੇ ਤੇ ਸਾਨੂੰ ਵੀ ਸਹੀ ਰਸਤਾ ਮਿਲਣਾ, ਸਹੀ ਜੀਵਨ ਜਿਉਣ ਦਾ ਢੰਗ ਵੀ ਪ੍ਰਾਪਤ ਹੋਣਾ ਹੈ। ਸੋ ਸਤਿਗੁਰੂ ਜੀ ਕਹਿੰਦੇ ਨੇ, ਇਹ ਆਪਣਾ ਜਿਹੜਾ ਮੂਲ ਸਿਧਾਂਤ ਹੈ ਨਾ, ਪਰਮਾਤਮਾ ਦੇ ਗੁਣ, ਇਹਨਾਂ ਨੂੰ ਮਨ ਤੋਂ ਕਦੀ ਵਿਸਰਨ ਨਾ ਦੇ। ਤੇਰੇ ਮਨ ਤੋਂ ਕਦੀ ਖੇੜਾ ਨਹੀਂ ਖਤਮ ਹੋਵੇਗਾ ਜੇ ਤੂੰ ਇਹਨਾਂ ਗੁਣਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਰੱਖੇਗਾ। ਜੈ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਂ ਕੋ ਜਾਪ। ਕਹਿੰਦੇ ਉਸ ਪਰਮਾਤਮਾ ਦੇ ਗੁਣਾਂ ਵਿੱਚ ਹੀ, ਕਿਉਂਕਿ ਜੈ ਪ੍ਰਸਾਦ ਦਾ ਮਤਲਬ ਹੈ ਕਿ ਉਹਦੀ ਕਿਰਪਾ। ਹੁਣ ਗੁਣਾਂ ਦੀ ਕਿਰਪਾ ਕਦੋਂ? ਜਦੋਂ ਜੀਵਨ ਨੂੰ ਜਿਉਂਦੇ ਹਾਂ, ਸਾਡੇ ਮਨ ਦੇ ਵਿੱਚੋਂ ਨਾ ਵਿਸਰਨ। ਉਹਦਾ ਪ੍ਰਤਾਪ ਹੈ। ਕਿਉਂ? ਮਨ ਦੇ ਮਗਰ ਲੱਗਾਂਗੇ ਤੇ ਮੂੜ, ਮਨ ਅਗਿਆਨਤਾ ਹੈ, ਮੂਰਖਤਾ ਹੈ। ਮਨ ਅਗਿਆਨਤਾ ਵਿੱਚ ਬੜੀ ਛੇਤੀ ਭੱਜਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਤੂੰ ਤਾਂ ਕੋ ਜਾਪ, ਤੇ ਵੀ ਉਹਨੂੰ ਸਮਝ। ਐ ਮਨਾ, ਉਸ ਪਰਮਾਤਮਾ ਨੂੰ ਸਮਝ ਕਿ ਪਰਮਾਤਮਾ ਕੀ ਹੈ, ਪਰਮਾਤਮਾ ਦੇ ਗੁਣ ਕੀ ਹਨ, ਔਰ ਉਹਨਾਂ ਗੁਣਾਂ ਨਾਲ ਜੀਵਨ ਨੂੰ ਕਿਵੇਂ ਜਿਉਣਾ। ਮਨ ਗੁਣਾਂ ਵਿੱਚ ਚਲਾ ਜਾਵੇ। ਜੈ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੈ ਜਾਨ ਮਨ ਸਦਾ ਹਜ਼ੂਰੇ। ਜਿਨ੍ਹਾਂ ਗੁਣਾਂ ਦੀ ਕਿਰਪਾ ਦੇ ਨਾਲ ਤੇਰੇ ਕਾਰਜ, ਪੂਰਨ ਕਾਜ ਜਿਹੜੇ ਨੇ ਉਹ ਸਵਰਨਗੇ। ਕਿਉਂਕਿ ਮਨ ਦੀਆਂ ਕਾਮਨਾਵਾਂ ਤੇਰੀਆਂ ਇਤਨੀਆਂ ਉੱਚੀਆਂ ਉੱਠ ਜਾਣਗੀਆਂ, ਇਸ ਸਰੀਰ ਦੇ ਸੁੱਖ ਲਈ ਨਹੀਂ, ਹਮੇਸ਼ਾ ਮਨ ਦੇ ਸੁੱਖ ਲਈ ਬੰਦਾ ਫਿਰ ਆਤਮ ਸੰਪਰਨ ਕਰ ਜਾਂਦਾ। ਗੁਰੂ ਦੇ ਗਿਆਨ ਅੱਗੇ ਆਤਮ ਸੰਪਰਨ ਕਰ ਦਿੰਦਾ, ਜਿਹਨੂੰ ਅਸੀਂ ਅਰਦਾਸ ਕਹਿ ਦਿੰਦੇ ਹਾਂ। ਤੇ ਇਸ ਲਈ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਤੂੰ ਹਰ ਵੇਲੇ ਉਸ ਨਿਯਮ ਨੂੰ ਦੇ ਵਿੱਚ ਜੀਵਨ ਜਿਉਂ। ਸਦਾ ਹਜ਼ੂਰੇ ਦਾ ਮਤਲਬ ਕੀ ਹੈ? ਵੀ ਹਰ ਵੇਲੇ ਉਸ ਨੂੰ ਸਮਝਣਾ ਕਰ ਕਿ ਆਹ ਪਰਮਾਤਮਾ ਦਾ ਨਿਯਮ ਮੈਨੂੰ ਕਹਿ ਰਿਹਾ ਤੇ ਮੈਂ ਇਸ ਤਰ੍ਹਾਂ ਜੀਵਨ ਨੂੰ ਜਿਉਣਾ ਹੈ। ਆਹ ਇਹ ਤਿਸੈ ਜਾਨ ਮਨ ਸਦਾ ਹਜ਼ੂਰੇ।
और हजूर का मतलब की जे मैं परमात्मा के गुरुद्वारा साहिब आके धर्मी बन गया, बाहर जाके फिर उवें दा ते कि मैं उस पंक्ति नूं अपने उत्ते टुकाया या उस पंक्ति के अनुसार जीवन जिउ रहा मैं? आ वेखना पवेगा सानू प्यार वालिओ। जे प्रसाद तु पावै साच, रे मन मेरे तू तां स्यों राज। कहते जिन्हां गुणां दी कृपा नाल तैनूं सदीवी परमात्मा का सिद्धांत प्राप्त हो जाए, उस परमात्मा के गुणां की बख्शिशा नाल तैनूं असली सदीवी खेड़े का पता लग जाए। ऐ मेरे मना तू उहदे विच क्यों नहीं समा जांदा, भाव वो गुण तेरे हिरदे विच क्यों नहीं समा जाते। हुण वेखो कितनी उच्च कोटि की शिक्षा अज 7वें पदे विच सतगुरु जी सानू समझा रहे हैं। जे प्रसाद सब की गत होए, नानक जाप जपै जप सोए। हुण वेखो आ पंक्ति नूं असीं हमेशा अपने मरण तो बाद टुका दिंदे आ, पर गल ते हुण प्रेजेंट जीवन की हो रही। सतगुरु जी सानू समझा रहे ने हुण दी गल भी हर वेले तो उस परमात्मा ते फिर गत का मतलब हो गया सीधा रस्ता। कहते जिस गुणा की कृपा नाल बख्शिश नाल तेनू सीधा रस्ता मिल जाए सारियां दी, फिर एक नूं नहीं कह रहे, जेड़ा भी इस ज्ञान नूं समझ के ज्ञान के अनुसार जीवन जिउना शुरू कर दे, उन्हां सारियां दी गल हो रही, कोई एक दी गल ते नहीं कह रहे सतगुरु जी। कोई एक नूं नहीं समझा रहे भी एक दी कोई गति होएगी, भाई तेरी गति होएगी ते तू तेरी नहीं होएगी, तू आ कुलदा ते तू आ कुलदा। वेखो सब ते एक समान। ते नानक साहब जी की कहते जाप जपै जप सोए, 3 वारी कहता जाप फिर जपै फिर जप सोए। सो सतगुरु जी का कहना की है कि इंसान तू समझ उस परमात्मा की बंदगी नूं कि उहदी बंदगी की है। उसकी बंदगी यही है कि वह गुणां दे नाल परमात्मा दे जिहड़े बख्शे हुए गुरु के ज्ञान विचों तैनूं गुण प्राप्त हो रहे हैं ना, उन्हां गुणां नूं अपने जीवन का आधार बना के ते उन्हां गुणां अनुसार जीवन जिओ। समझ के हर जगह ते समझ के चल कि आ मैनू ज्ञान बख्शे ते मैं एवें जीवन गुजार। सो 7वें पदे विच सतगुरु जी वेखो बिल्कुल क्लीयर लफ्ज़ां विच कह रहे हैं कि जिस परमात्मा के गुणां की कृपा नाल बख्शिश दे नाल तू इस संसार विचों प्रगट हो सकता है, सामने आ सकता है, तो उन्हां गुणां नूं अपने जीवन का आधार क्यों नहीं बनाता। जिन्हां गुणां दे नाल तैनूं आत्मक खेड़ा मिल जाएगा, उस परमात्मा की हजूरी तेनू सदा नज़र आएगी। हर वेले तेनू परमात्मा की प्रतख उस परमात्मा के नियम नूं समझ के प्रतख परमात्मा की समझ प्राप्त हो जाएगी। तो तू उन्हां गुणां नूं हर वेले समझ के सोच के भाव जो गुरु का ज्ञान सानू समझा रहा है, उस ज्ञान नूं अपने जीवन का आधार बना के जे तू अपने जीवन नूं जिउवें ते उस परमात्मा की बख्शिश तैनूं प्राप्त हो सकती है। हुण 8वें पदे विच असीं समझण की कोशिश करांगे, क्योंकि 6वें श्लोक में सतगुरु जी ने कहा सी कि ये जिहड़े काम क्रोध लोभ मोह अहमेव साडे अंदर जिहड़ी अपने होमे रोग अज्ञानता के रोग लगे ने ना, वो खत्म होणगे ते सिर्फ परमात्मा के गुणां नाल जीवन जिउण नाल। जे असी परमात्मा के गुणां नूं अपने जीवन का आधार नहीं बनाउंदे ते उस परमात्मा की बख्शिश कदी प्राप्त नहीं हो सकती। सो हुण एक सिख ने वेखना है कि मैं परमात्मा की बख्शिश नाल जुड़ना या अपने मन दीयां मर्जियां करके इस जीवन नूं अजाई गवाना है। सो प्यार वालिओ, हर एक इंसान के अपने हथ विच है
ਕਿ ਉਹ ਪਰਮਾਤਮਾ ਦੇ ਗੁਣਾਂ ਨਾਲ ਜੀਵਨ ਜਿਉਂ ਕੇ ਇਸ ਜੀਵਨ ਨੂੰ ਸਫਲ ਕਰ ਲਵੇ, ਜਾਂ ਦੁਨੀਆ ਦੀ ਅਗਿਆਨਤਾ ਮਗਰ ਦੁਨੀਆ ਨਾਲ ਜੁੜ ਕੇ, ਦੁਨੀਆ ਦੇ ਰੀਤੀ ਰਿਵਾਜਾਂ ਨਾਲ ਜੁੜ ਕੇ ਇਸ ਜੀਵਨ ਨੂੰ ਅਜਾਈਂ ਗਵਾ ਲਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।